ਅੱਜ ਡੇਰਿਆਂ ਦਾ ਪਰਬ ਹੈ, ਜਿਹੜਾ ਕਿ ਪਤਝੜ ਦੇ ਪਰਬਾਂ ਵਿੱਚੋਂ ਇੱਕ ਹੈ। ਆਓ ਅਸੀਂ ਪੂਰੇ ਸੰਸਾਰ ਉੱਤੇ ਆਉਣ ਵਾਲੀ ਪ੍ਰੀਖਿਆ ਉਪਦੇਸ਼ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨ ਨੂੰ ਸਾਂਝਾ ਕਰੀਏ। ਲੋਕ ਕਹਿੰਦੇ ਹਨ ਕਿ ਧਰਤੀ ਦੀ ਰਚਨਾ ਦੇ ਸਮੇਂ ਤੋਂ ਕੋਰੋਨਾ ਵਾਇਰਸ ਜਿੰਨੀ ਵੱਡੀ ਪ੍ਰੀਖਿਆ ਕਦੇ ਨਹੀਂ ਹੋਈ, ਜੋ ਕਿ ਇਹਨਾਂ ਦਿਨਾਂ ਵਿੱਚ ਸੰਸਾਰ ਦੇ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਆਓ ਅਸੀਂ ਜਾਂਚ ਕਰੀਏ ਕਿ ਜਦੋਂ ਇਸ ਤਰ੍ਹਾਂ ਦੀ ਪ੍ਰੀਖਿਆ ਪੂਰੇ ਸੰਸਾਰ ਉੱਤੇ ਆਉਂਦੀ ਹੈ ਤਾਂ ਸਾਨੂੰ ਭਾਵ ਪਰਮੇਸ਼ਵਰ ਦੇ ਲੋਕਾਂ ਨੂੰ ਕਿਸ ਉੱਤੇ ਧਿਆਨ ਦੇਣਾ ਚਾਹੀਦਾ ਅਤੇ ਵਿਸ਼ਵਾਸ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਰਾਹ ਉੱਤੇ ਚੱਲਣਾ ਚਾਹੀਦਾ ਹੈ। ਸੱਚਾਈ ਦਾ ਪਾਲਨ ਕਰਦੇ ਹੋਏ ਜਿਸ ਨੂੰ ਪਰਮੇਸ਼ਵਰ ਨੇ ਸਾਨੂੰ ਸਿਖਾਇਆ, ਆਓ ਅਸੀਂ ਇਸ ਕੋਵਿਡ-19 ਮਹਾਮਾਰੀ ਦੇ ਦੌਰਾਨ ਵੀ ਇੱਕ ਹੋਰ ਆਤਮਾ ਨੂੰ ਪਰਮੇਸ਼ਵਰ ਦੀਆਂ ਬਾਹਾਂ ਵਿੱਚ ਲੈ ਜਾਈਏ, ਤਾਂ ਜੋ ਅਸੀਂ ਇਕੱਠੇ ਸਾਡੇ ਸਦੀਪਕ ਘਰ ਸਵਰਗ ਵਾਪਸ ਜਾ ਸਕੀਏ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 3 ਵਚਨ 10 ਵਿੱਚ ਪਰਮੇਸ਼ਵਰ ਦੇ ਵਚਨਾਂ ਨੂੰ ਦੇਖੀਏ। ਤੈਂ ਜੋ ਮੇਰੇ ਧੀਰਜ ਦੇ ਵਚਨਾਂ ਦੀ ਰੱਖਿਆ ਕੀਤੀ, ਤਾਂ ਮੈਂ ਵੀ ਪਰਤਾਵੇ ਦੇ ਉਸ ਸਮੇਂ ਤੋਂ ਜੋ ਧਰਤੀ ਦੇ ਵਾਸੀਆਂ ਦੇ ਪਰਤਾਉਣ ਲਈ ਸਾਰੇ ਸੰਸਾਰ ਉੱਤੇ ਆਉਣ ਵਾਲਾ ਹੈ, ਤੇਰੀ ਰੱਖਿਆ ਕਰਾਂਗਾ। ਮੈਂ ਛੇਤੀ ਆਉਂਦਾ ਹਾਂ। ਜੋ ਕੁਝ ਤੇਰੇ ਕੋਲ ਹੈ ਸੋ ਤਕੜਾਈ ਨਾਲ ਫੜੀ ਰੱਖ, ਕਿਤੇ ਇਉਂ ਨਾ ਹੋਵੇ ਭਈ ਕੋਈ ਤੇਰਾ ਮੁਕਟ ਲੈ ਜਾਵੇ। ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਆਪਣੇ ਪਰਮੇਸ਼ਵਰ ਦੀ ਹੈਕਲ ਵਿੱਚ ਇੱਕ ਥੰਮ ਬਣਾਵਾਂਗਾ ਅਤੇ ਉਹ ਫਿਰ ਕਦੇ ਬਾਹਰ ਨਾ ਜਾਵੇਗਾ। ਮੈਂ ਆਪਣੇ ਪਰਮੇਸ਼ਵਰ ਦਾ ਨਾਮ ਅਤੇ ਆਪਣੇ ਪਰਮੇਸ਼ਵਰ ਦੀ ਨਗਰੀ ਨਵੀਂ ਯਰੂਸ਼ਲਮ ਦਾ ਨਾਮ, ਜਿਹੜੀ ਪਰਮੇਸ਼ਵਰ ਵੱਲੋਂ ਸਵਰਗ ਵਿੱਚੋਂ ਉਤਰਦੀ ਹੈ, ਅਤੇ ਆਪਣਾ ਨਵਾਂ ਨਾਮ ਉਸ ਉੱਤੇ ਲਿਖਾਵਾਂਗਾ। ਜਿਹਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਇਹ ਮੌਜੂਦ ਬਿਪਤਾ ਜੋ ਗਲੋਬਲ ਪਿੰਡ ਉੱਤੇ ਆਈ ਹੈ, ਇੱਕ ਵੱਡੀ ਪ੍ਰੀਖਿਆ ਹੈ ਜਿਸ ਦਾ ਸੰਸਾਰ ਦੇ ਸਭ ਲੋਕ ਇਕੱਠੇ ਅਨੁਭਵ ਕਰ ਰਹੇ ਹਨ। ਬਾਈਬਲ ਵਿੱਚ ਅਜਿਹੇ ਬਹੁਤ ਸਾਰੇ ਵਚਨ ਹਨ ਜਿਸ ਵਿੱਚ ਪ੍ਰੀਖਿਆ ਸ਼ਬਦ ਲਿਖਿਆ ਹੈ, ਅਤੇ ਅਸੀਂ ਆਪਣੇ ਵਿਸ਼ਵਾਸ ਦੇ ਜੀਵਨ ਵਿੱਚ ਇਸ ਸ਼ਬਦ ਦੀ ਜ਼ਿਆਦਾ ਵਰਤੋਂ ਕਰਦੇ ਹਾਂ। ਬਾਈਬਲ ਦੇ ਰਿਕਾਰਡਾਂ ਵਿੱਚ ਪਰਮੇਸ਼ਵਰ ਉਹਨਾਂ ਲੋਕਾਂ ਦੇ ਵਿਸ਼ੇ ਵਿੱਚ ਕੀ ਕਹਿੰਦੇ ਹਨ ਜੋ ਪ੍ਰੀਖਿਆ ਦੇ ਸਮੇਂ ਤੇ ਜਿੱਤ ਪ੍ਰਾਪਤ ਕਰਦੇ ਹਨ। ਮੈਂ ਆਪਣੇ ਪਰਮੇਸ਼ਵਰ ਦੀ ਹੈਕਲ ਵਿੱਚ ਇੱਕ ਥੰਮ ਬਣਾਵਾਂਗਾ। ਜਿਹੜੇ ਜਿੱਤ ਪ੍ਰਾਪਤ ਕਰਨਗੇ ਉਹ ਥੰਮ ਬਣਨਗੇ ਅਤੇ ਉਹਨਾਂ ਕੋਲ ਸਵਰਗ ਤੋਂ ਹੇਠਾਂ ਆਉਣ ਵਾਲੀ ਨਵੀਂ ਯਰੂਸ਼ਲਮ ਦਾ ਨਾਮ ਅਤੇ ਮਸੀਹ ਦਾ ਨਵਾਂ ਨਾਮ ਹੋਵੇਗਾ। ਪਰਮੇਸ਼ਵਰ ਨੇ ਬਾਈਬਲ ਵਿੱਚ ਦਰਜ ਕੀਤਾ ਕਿ ਉਹ ਜੋ ਪ੍ਰੀਖਿਆ ਉੱਤੇ ਜਿੱਤ ਪ੍ਰਾਪਤ ਕਰਦੇ ਹਨ ਕੀ ਕਰ ਸਕਦੇ ਹਨ। ਖੁਸ਼ਖਬਰੀ ਦਾ ਰਾਹ ਜਿਸ ਉੱਤੇ ਅੱਜ ਅਸੀਂ ਚੱਲ ਰਹੇ ਹਾਂ, ਉਹ ਪ੍ਰੀਖਿਆ ਅਤੇ ਜਾਂਚ ਦੀ ਤਰ੍ਹਾਂ ਹੈ, ਜਿਸ ਦਾ ਅਨੁਭਵ ਇਜ਼ਰਾਈਲੀਆਂ ਨੇ 3500 ਸਾਲ ਪਹਿਲਾਂ ਮੂਸਾ ਦੇ ਸਮੇਂ ਵਿੱਚ 40 ਸਾਲਾਂ ਦੀ ਜੰਗਲ ਯਾਤਰਾ ਦੇ ਦੌਰਾਨ ਕੀਤਾ। ਜਦੋਂ ਇਜ਼ਰਾਈਲੀ ਪ੍ਰੀਖਿਆ ਤੋਂ ਠੋਕਰ ਖਾਉਂਦੇ ਅਤੇ ਉਹਨਾਂ ਦੀ ਪਰਖ ਕੀਤੀ ਜਾਂਦੀ ਸੀ, ਉਦੋਂ ਕੁਝ ਹੀ ਉਸ ਉੱਤੇ ਜਿੱਤ ਪਾਉਂਦੇ ਅਤੇ ਵਿਸ਼ਵਾਸ ਦਾ ਜੇਤੂ ਜੀਵਨ ਬਤੀਤ ਕਰਦੇ ਸੀ। ਜੰਗਲ ਵਿੱਚ ਇਜ਼ਰਾਈਲੀਆਂ ਦੀ 40 ਸਾਲਾਂ ਦੀ ਯਾਤਰਾ ਦੀ ਤੁਲਨਾ ਵਿਸ਼ਵਾਸ ਦੇ ਜੰਗਲ ਵਿੱਚ ਸਾਡੀ ਯਾਤਰਾ ਤੋਂ ਕੀਤੀ ਜਾ ਸਕਦੀ ਹੈ। ਅਸੀਂ ਇੱਥੇ ਭਵਿੱਖਬਾਣੀ ਅਤੇ ਉਸ ਦੀ ਪੂਰਤੀ ਵਿਚਕਾਰ ਦੇ ਸੰਬੰਧ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਜੰਗਲ ਵਿੱਚ 40 ਸਾਲਾਂ ਤੱਕ ਰਹਿਣ ਦੇ ਦੌਰਾਨ ਹਰੇਕ ਸਥਿਤੀ ਜਿਸ ਦਾ ਇਜ਼ਰਾਈਲੀਆਂ ਨੇ ਸਾਹਮਣਾ ਕੀਤਾ ਇੱਕ ਪ੍ਰੀਖਿਆ ਅਤੇ ਜਾਂਚ ਸੀ। ਪਰਮੇਸ਼ਵਰ ਨੇ ਕਦੇ ਇਜ਼ਰਾਈਲੀਆਂ ਨੂੰ ਨਿਮਰ ਬਣਾਇਆ, ਫਿਰ ਕਦੇ ਉਹਨਾਂ ਨੂੰ ਉੱਚਾ ਕੀਤਾ, ਕਦੇ ਉਹਨਾਂ ਨੂੰ ਭੁੱਖਾ ਹੋਣ ਦਿੱਤਾ ਅਤੇ ਕਦੇ ਉਹਨਾਂ ਨੂੰ ਬਹੁਤ ਮਾਤਰਾ ਵਿੱਚ ਭੋਜਨ ਦਿੱਤਾ। ਪਰਮੇਸ਼ਵਰ ਨੇ ਕਦੇ-ਕਦੇ ਇਜ਼ਰਾਈਲੀਆਂ ਨੂੰ ਉਹਨਾਂ ਤੋਂ ਜ਼ਿਆਦਾ ਸ਼ਕਤੀਸ਼ਾਲੀ ਜਾਤੀ ਦੇ ਵਿਰੁੱਧ ਲੜਨ ਦਿੱਤਾ ਅਤੇ ਕਦੇ-ਕਦੇ ਉਹਨਾਂ ਨੂੰ ਲੜਾਈ ਜਿੱਤਣ ਲਈ ਕਾਬਲ ਬਣਾਇਆ ਜਦੋਂ ਜਿੱਤਣ ਦੀ ਕੋਈ ਸੰਭਾਵਨਾ ਨਹੀਂ ਸੀ। ਪਰਮੇਸ਼ਵਰ ਨੇ ਇਜ਼ਰਾਈਲੀਆਂ ਨੂੰ ਕਈਆਂ ਸਥਿਤੀਆਂ ਵਿੱਚ ਰੱਖਿਆ ਅਤੇ ਉਹਨਾਂ ਨੂੰ ਲਗਾਤਾਰ ਇਸ ਤੱਥ ਨੂੰ ਯਾਦ ਕਰਾਇਆ ਕਿ ਉਹ ਜੰਗਲ ਵਿੱਚ ਹਮੇਸ਼ਾ ਜਿੱਤ ਪ੍ਰਾਪਤ ਕਰਨਗੇ, ਕਿਉਂਕਿ ਪਰਮੇਸ਼ਵਰ ਉਹਨਾਂ ਦੇ ਨਾਲ ਹੈ। ਪਰਮੇਸ਼ਵਰ ਨੇ ਉਹਨਾਂ ਨੂੰ ਕਈਆਂ ਪ੍ਰੀਖਿਆਵਾਂ ਦੁਆਰਾ ਸਿਖਾਇਆ ਕਿ ਜਦੋਂ ਤੱਕ ਉਹ ਪਰਮੇਸ਼ਵਰ ਦੇ ਵਚਨ ਦਾ ਪਾਲਨ ਕਰਦੇ ਹਨ, ਉਹ ਯਕੀਨਨ ਰੂਪ ਤੋਂ ਵਾਅਦੇ ਦੀ ਜ਼ਮੀਨ ਕਨਾਨ ਵਿੱਚ ਦਾਖਲ ਹੋਣਗੇ। ਹੁਣ ਆਓ ਅਸੀਂ ਫਿਰ ਤੋਂ 3500 ਸਾਲ ਪਹਿਲਾਂ ਦੇ ਇਤਿਹਾਸ ਵੱਲ ਜਾਈਏ। ਜਿਵੇਂ ਜੰਗਲ ਦੇ ਜੀਵਨ ਵਿੱਚ 40 ਸਾਲਾਂ ਦੇ ਦੌਰਾਨ ਸਾਰੀਆਂ ਸਥਿਤੀਆਂ ਪ੍ਰੀਖਿਆਵਾਂ ਸੀ, ਅਸੀਂ ਵੀ ਸਵਰਗ ਦੇ ਰਾਜ ਵੱਲ ਜਾਣ ਵਾਲੇ ਵਿਸ਼ਵਾਸ ਦੇ ਜੰਗਲ ਦੇ ਰਾਹ ਉੱਤੇ ਚੱਲਣ ਦੇ ਦੌਰਾਨ
ਕਈਆਂ ਪ੍ਰੀਖਿਆਵਾਂ ਦਾ ਸਾਹਮਣਾ ਕਰ ਰਹੇ ਹਾਂ, ਜਿਵੇਂ ਕਿ ਕੋਵਿਡ-19 ਅਤੇ ਜੀਵਨ ਦੀ ਚਿੰਤਾਵਾਂ। ਬਾਈਬਲ ਸਾਨੂੰ ਇਸ ਤੱਥ ਪ੍ਰਤੀ ਜਾਗਰੂਕ ਕਰਦੀ ਹੈ ਕਿ ਸਾਨੂੰ ਦਿੱਤੀ ਗਈ ਹਰੇਕ ਸਥਿਤੀ ਇੱਕ ਪ੍ਰੀਖਿਆ ਅਤੇ ਜਾਂਚ ਹੈ, ਜਿਸ ਉੱਤੇ ਸਾਨੂੰ ਜਿੱਤ ਪ੍ਰਾਪਤ ਕਰਨੀ ਹੈ। ਆਓ ਅਸੀਂ ਵਿਵਸਥਾ ਸਾਰ ਅਧਿਆਇ 8 ਵਚਨ 1 ਵਿੱਚ ਦਿੱਤੀ ਗਈ ਸਿੱਖਿਆ ਨੂੰ ਦੇਖੀਏ। ਇਹ ਸਾਰਾ ਹੁਕਮਨਾਮਾ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਉਸ ਨੂੰ ਪੂਰਾ ਕਰਨ ਦੀ ਪਾਲਣਾ ਕਰੋ, ਤਾਂ ਜੋ ਤੁਸੀਂ ਜਿਉਂਦੇ ਰਹੋ ਅਤੇ ਵਧੋ, ਅਤੇ ਤੁਸੀਂ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰੋ ਜਿਹਦੀ ਸਹੁੰ ਯਹੋਵਾ ਨੇ ਤੁਹਾਡੇ ਪਿਓ ਦਾਦਿਆਂ ਨਾਲ ਖਾਧੀ ਸੀ। ਤੁਸੀਂ ਉਸ ਸਾਰੇ ਰਸਤੇ ਨੂੰ ਯਾਦ ਰੱਖੋ ਜਿਹਦੇ ਵਿੱਚ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ 40 ਵਰ੍ਹੇ ਉਜਾੜ ਦੇ ਵਿੱਚ ਲਈ ਫਿਰਦਾ ਰਿਹਾ, ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਪਰਖੇ ਅਤੇ ਜਾਣੋ ਭਾਈ ਤੁਹਾਡੇ ਮਨ ਵਿੱਚ ਕੀ ਹੈ, ਅਰਥਾਤ ਕਿ ਤੁਸੀਂ ਉਸ ਦੇ ਹੁਕਮਾਂ ਉੱਤੇ ਚੱਲੋਗੇ ਵੀ ਕਿ ਨਹੀਂ। ਉਸਨੇ ਤੁਹਾਨੂੰ ਅਧੀਨ ਕੀਤਾ ਅਤੇ ਤੁਹਾਨੂੰ ਭੁੱਖੇ ਹੋਣ ਦਿੱਤਾ, ਅਤੇ ਉਹ ਮਨ ਜਿਸ ਨੂੰ ਨਾ ਤਾਂ ਤੁਸੀਂ ਨਾ ਤੁਹਾਡੇ ਪਿਓ ਦਾਦੇ ਜਾਣਦੇ ਸਨ, ਤੁਹਾਨੂੰ ਖਿਲਾਇਆ, ਤਾਂ ਜੋ ਤੁਹਾਨੂੰ ਸਿਖਾਵੇ ਭਈ ਆਦਮੀ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਪਰ ਹਰ ਇੱਕ ਵਾਕ ਨਾਲ ਜਿਹੜਾ ਯਹੋਵਾ ਦੇ ਮੂੰਹੋਂ ਨਿਕਲਦਾ ਹੈ ਆਦਮੀ ਜਿਉਂਦਾ ਰਹੇਗਾ। ਇਹਨਾਂ 40 ਵਰ੍ਹਿਆਂ ਵਿੱਚ ਨਾ ਤੁਹਾਡੇ ਉੱਪਰਲੇ ਵਸਤਰ ਹੰਡੇ, ਨਾ ਤੁਹਾਡੇ ਪੈਰ ਸੁੱਜੇ। ਤੁਸੀਂ ਆਪਣੇ ਮਨ ਵਿੱਚ ਵਿਚਾਰ ਕਰੋ ਕਿ ਜਿਵੇਂ ਮਨੁੱਖ ਆਪਣੇ ਪੁੱਤਰ ਨੂੰ ਤਾੜਦਾ ਹੈ, ਤਿਵੇਂ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਤਾੜਦਾ ਰਿਹਾ। ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰੋ, ਤਾਂ ਜੋ ਉਸ ਦੀਆਂ ਰਾਹਾਂ ਉੱਤੇ ਚੱਲੋ ਅਤੇ ਉਸ ਤੋਂ ਡਰਦੇ ਰਹੋ, ਕਿਉਂ ਜੋ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਇੱਕ ਚੰਗੀ ਧਰਤੀ ਵਿੱਚ ਲਿਆ ਰਿਹਾ ਹੈ, ਇੱਕ ਧਰਤੀ ਜਿੱਥੇ ਪਾਣੀ ਦੇ ਨਾਲੇ ਚਸ਼ਮੇ ਅਤੇ ਡੂੰਘੇ ਸੋਤੇ ਹਨ ਜਿਹੜੇ ਦੂਣਾ ਅਤੇ ਪਹਾੜਾਂ ਵਿੱਚ ਵਗਦੇ ਹਨ, ਇੱਕ ਧਰਤੀ ਜਿੱਥੇ ਕਣਕ, ਜੌਂ, ਅੰਗੂਰ, ਹੰਜੀਰ ਅਤੇ ਅਨਾਰ ਹੁੰਦੇ ਹਨ, ਇੱਕ ਧਰਤੀ ਜਿੱਥੇ ਜੈਤੂਨ ਦਾ ਤੇਲ ਅਤੇ ਸ਼ਹਿਦ ਹੁੰਦਾ ਹੈ, ਇੱਕ ਧਰਤੀ ਜਿਹਦੇ ਵਿੱਚ ਤੁਸੀਂ ਤੰਗੀ ਦੀ ਰੋਟੀ ਨਾ ਖਾਓਗੇ ਅਤੇ ਉੱਥੇ ਤੁਹਾਨੂੰ ਕਿਸੇ ਚੀਜ਼ ਦੀ ਥੋੜ੍ਹੋ ਨਾ ਹੋਵੇਗੀ, ਇੱਕ ਧਰਤੀ ਜਿਹਦੇ ਪੱਥਰ ਲੋਹੇ ਦੇ ਹਨ ਅਤੇ ਜਿਹਦੀ ਪਹਾੜੀਆਂ ਨੂੰ ਪੁੱਟ ਕੇ ਤੁਸੀਂ ਤਾਂਬਾ ਕੱਢੋਗੇ। ਤੁਸੀਂ ਰੱਜ ਕੇ ਖਾਓਗੇ ਅਤੇ ਯਹੋਵਾ ਆਪਣੇ ਪਰਮੇਸ਼ਵਰ ਨੂੰ ਉਸ ਚੰਗੀ ਧਰਤੀ ਦੇ ਕਾਰਨ ਜਿਹੜੀ ਉਸ ਤੁਹਾਨੂੰ ਦਿੱਤੀ ਮੁਬਾਰਕ ਆਖੋਗੇ। ਵਿਵਸਥਾ ਸਾਰ ਅਧਿਆਇ 8 ਦੇ ਅਨੁਸਾਰ ਜੰਗਲ ਵਿੱਚ ਇਜ਼ਰਾਈਲੀਆਂ ਦੇ 40 ਸਾਲਾਂ ਵਿੱਚ ਹਰੇਕ ਪਲ ਪਰਮੇਸ਼ਵਰ ਨੇ ਉਹਨਾਂ ਨੂੰ ਸਥਿਤੀਆਂ ਦੀ ਲੜੀ ਵਿੱਚ ਰੱਖਿਆ। ਵਚਨ 3 ਵਿੱਚ ਲਿਖਿਆ ਹੈ ਕਿ ਉਸ ਨੇ ਤੈਨੂੰ ਅਧੀਨ ਕੀਤਾ। ਇੱਕ ਅਜਿਹੀ ਸਥਿਤੀ ਦਿੱਤੀ ਗਈ ਜਿਸ ਦੇ ਕਾਰਨ ਉਹ ਅਧੀਨ ਹੋਏ। ਜਿਵੇਂ ਵੀ ਲਿਖਿਆ ਹੈ, ਭੁੱਖਾ ਵੀ ਹੋਣ ਦਿੱਤਾ। ਉਹ ਅਜਿਹੀ ਸਥਿਤੀ ਵਿੱਚ ਰੱਖੇ ਗਏ ਜਿਸ ਵਿੱਚ ਉਹ ਭੁੱਖੇ ਸੀ, ਜਿਵੇਂ ਕਿ ਲਿਖਿਆ ਹੈ, ਫਿਰ ਉਹ ਮਨ ਜਿਸ ਨੂੰ ਨਾ ਤੁਸੀਂ ਨਾ ਤੁਹਾਡੇ ਪਿਓ ਦਾਦੇ ਜਾਣਦੇ ਸੀ, ਤੁਹਾਨੂੰ ਖਿਲਾਇਆ। ਪਰਮੇਸ਼ਵਰ ਨੇ ਉਹਨਾਂ ਨੂੰ ਅਜਿਹੀ ਸਥਿਤੀ ਵਿੱਚ ਰੱਖਿਆ ਜਿੱਥੇ ਉਸ ਨੇ ਉਹਨਾਂ ਨੂੰ ਖਾਣ ਲਈ ਮਨ ਦਿੱਤਾ। ਪਰਮੇਸ਼ਵਰ ਨੇ ਉਹਨਾਂ ਨੂੰ ਅਜਿਹੀ ਸਥਿਤੀ ਵਿੱਚ ਵੀ ਰੱਖਿਆ ਜਿੱਥੇ 40 ਵਰ੍ਹਿਆਂ ਵਿੱਚ ਉਹਨਾਂ ਦੇ ਉੱਪਰਲੇ ਵਸਤਰ ਨਾ ਹੰਡੇ। ਇਸ ਲਈ ਉਹਨਾਂ ਨੂੰ ਵਸਤਰ ਠੀਕ ਕਰਨ ਦੀ ਜਾਂ ਨਵੇਂ ਵਸਤਰ ਬਣਾਉਣ ਦੀ ਵੀ ਲੋੜ ਨਹੀਂ ਸੀ। ਜੰਗਲ ਵਿੱਚ 40 ਵਰ੍ਹਿਆਂ ਦੇ ਦੌਰਾਨ ਸਭ ਸਥਿਤੀਆਂ ਪ੍ਰੀਖਿਆਵਾਂ ਦੀ ਲੜੀ ਸੀ। ਕੁਝ ਲੋਕਾਂ ਲਈ ਇਹ ਸਥਿਤੀ ਔਖੀ ਸੀ, ਤਦ ਕੁਝ ਹੋਰਾਂ ਲਈ ਉਹ ਸਥਿਤੀ ਔਖੀ ਸੀ। ਹੋਰ ਕਈਆਂ ਨੂੰ ਕਿਸੇ ਦੂਸਰੀ ਸਥਿਤੀ ਨੇ ਔਖਾ ਕਰ ਦਿੱਤਾ। ਕੁਝ ਹੋਰ ਮਾਮਲਿਆਂ ਵਿੱਚ ਪਰਮੇਸ਼ਵਰ ਨੇ ਉਹਨਾਂ ਨੂੰ ਬਹੁਤ ਮਾਤਰਾ ਵਿੱਚ ਦਿੱਤਾ। ਉਹਨਾਂ ਨੂੰ ਜਾਂ ਤਾਂ ਬਹੁਤ ਜ਼ਿਆਦਾ ਜਾਂ ਬਹੁਤ ਘੱਟ ਦਿੱਤਾ ਗਿਆ। ਕਦੇ-ਕਦੇ ਉਹਨਾਂ ਦੀਆਂ ਸਥਿਤੀਆਂ ਔਖੀਆਂ ਹੁੰਦੀਆਂ ਸੀ ਅਤੇ ਕਦੇ-ਕਦੇ ਉਹਨਾਂ ਦੀਆਂ ਸਥਿਤੀਆਂ ਬਹੁਤ ਸੌਖੀਆਂ ਹੁੰਦੀਆਂ ਸੀ। ਪੂਰੇ ਸੰਸਾਰ ਉੱਤੇ ਆਉਣ ਵਾਲੀ ਪ੍ਰੀਖਿਆ ਵਿਚਕਾਰ ਸਾਨੂੰ ਸਮਝਣਾ ਚਾਹੀਦਾ ਹੈ ਕਿ ਹੁਣ ਅਸੀਂ ਉਸ ਸਥਿਤੀ ਵਿੱਚ ਹਾਂ। ਇਸ ਲਈ ਸਾਨੂੰ ਉਹਨਾਂ ਪ੍ਰੀਖਿਆਵਾਂ ਉੱਤੇ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ ਜੋ ਭਵਿੱਖਬਾਣੀ ਦਾ ਹਿੱਸਾ ਹੈ। ਸਾਨੂੰ ਕੋਰੋਨਾ ਵਾਇਰਸ ਨੂੰ ਸਿਰਫ ਇੱਕ ਡਾਕਟਰੀ ਦੁਬਿਧਾ ਨਹੀਂ ਮੰਨਣਾ ਚਾਹੀਦਾ, ਕਿਉਂਕਿ ਪਰਮੇਸ਼ਵਰ ਨੇ ਇਹ ਜਾਣਨ ਦਿੱਤਾ ਕਿ ਇਸ ਤਰ੍ਹਾਂ ਦੀ ਪ੍ਰੀਖਿਆ ਪੂਰੇ ਸੰਸਾਰ ਉੱਤੇ ਆਵੇਗੀ। ਸਾਨੂੰ ਖੁਦ ਨੂੰ ਪੁੱਛਣਾ ਚਾਹੀਦਾ ਹੈ, ਪਰਮੇਸ਼ਵਰ ਆਪਣੇ ਲੋਕਾਂ ਨੂੰ ਜੰਗਲ ਵਿੱਚ 40 ਸਾਲ ਤੱਕ ਹਰ ਪਲ ਵੱਖ-ਵੱਖ ਸਥਿਤੀਆਂ ਵਿੱਚ ਰੱਖਣ ਦੇ ਦੁਆਰਾ ਕੀ ਸਿਖਾਉਣਾ ਚਾਹੁੰਦੇ ਸੀ। ਪਰਮੇਸ਼ਵਰ ਨੇ ਕਦੇ ਉਹਨਾਂ ਨੂੰ ਨਿਮਰ ਬਣਾਇਆ, ਕਦੇ ਉਹਨਾਂ ਨੂੰ ਭੁੱਖਾ ਹੋਣ ਦਿੱਤਾ ਅਤੇ ਕਦੇ ਉਹਨਾਂ ਨੂੰ ਬਹੁਤ ਮਾਤਰਾ ਵਿੱਚ ਮਨ ਖਿਲਾਇਆ। ਇਜ਼ਰਾਈਲੀਆਂ ਨੇ ਮਨ ਤਾਂ ਖਾਧਾ, ਪਰ ਕੀ ਉਹ ਸਾਰੇ ਨਹੀਂ ਮਰੇ? ਅਜਿਹਾ ਇਸ ਲਈ ਕਿਉਂਕਿ ਮਨੁੱਖ ਸਿਰਫ ਰੋਟੀ ਤੋਂ ਹੀ ਜਿਉਂਦਾ ਨਹੀਂ ਰਹਿੰਦਾ, ਕਿਉਂਕਿ ਮਨੁੱਖ ਜਾਤੀ ਸਿਰਫ ਢਿੱਡ ਭਰਨ ਵਾਲੇ ਭੋਜਨ ਉੱਤੇ ਜਿਉਂਦੀ ਨਹੀਂ ਰਹਿ ਸਕਦੀ, ਪਰ ਆਤਮਿਕ ਭੋਜਨ ਜੋ ਕਿ ਪਰਮੇਸ਼ਵਰ ਦਾ ਵਚਨ ਹੈ, ਉਹਨਾਂ ਦੇ ਜੀਵਿਤ ਰਹਿਣ ਲਈ ਬਹੁਤ ਜ਼ਰੂਰੀ ਹੈ। ਇਜ਼ਰਾਈਲੀਆਂ ਨੂੰ ਇਸ ਸਿੱਖਿਆ ਦਾ ਅਹਿਸਾਸ ਕਰਾਉਣ ਅਤੇ ਸਿਖਾਉਣ ਲਈ ਪਰਮੇਸ਼ਵਰ ਨੇ ਭਿੰਨ-ਭਿੰਨ ਸਥਿਤੀਆਂ ਦਾ ਪ੍ਰਬੰਧ ਕੀਤਾ, ਜਿਵੇਂ ਕਿ ਉਹਨਾਂ ਨੂੰ ਹਰ ਦਿਨ ਮੰਨ ਦੇਣਾ ਜਾਂ ਸੁੱਕੀ ਜ਼ਮੀਨ ਵਿੱਚ ਉਹਨਾਂ ਦੀ ਅਗਵਾਈ ਕਰਨਾ ਜਿੱਥੇ ਉਹ ਪਿਆਸੇ ਸੀ। ਇਸ ਕਾਰਨ ਤੋਂ ਬਾਈਬਲ ਕਹਿੰਦੀ ਹੈ,
ਇਹ ਜਾਣਨ ਲਈ ਕਿ ਤੇਰੇ ਮਨ ਵਿੱਚ ਕੀ ਹੈ ਅਤੇ ਕੀ ਤੂੰ ਉਸ ਦੇ ਹੁਕਮਾਂ ਦਾ ਪਾਲਣ ਕਰੇਂਗਾ ਜਾਂ ਨਹੀਂ। ਜਦੋਂ ਅਸੀਂ ਪਹਿਲਾ ਪਤਰਸ ਅਧਿਆਇ 5 ਦੇਖਦੇ ਹਾਂ ਤਾਂ ਇਹ ਲਿਖਿਆ ਹੈ ਕਿ ਅੱਜ ਅਸੀਂ ਇੱਕ ਅਜਿਹੀ ਸਥਿਤੀ ਵਿੱਚ ਹਾਂ ਜਿੱਥੇ ਤੁਹਾਡਾ ਵਿਰੋਧੀ ਸ਼ੈਤਾਨ ਬੁੱਕਦੇ ਸ਼ੀਂ ਵਾਂਗ ਭਾਲਦਾ ਫਿਰਦਾ ਹੈ ਭਈ ਕਿਹਨੂੰ ਪਾੜ ਖਾਵਾਂ। ਪਹਿਲਾ ਪਤਰਸ ਅਧਿਆਇ 5 ਵਿੱਚ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ, ਉਹ ਹੈ ਵਿਸ਼ਵਾਸ। ਇਹ ਕਹਿੰਦਾ ਹੈ ਕਿ ਵਿਸ਼ਵਾਸ ਵਿੱਚ ਤਕੜੇ ਹੋ ਕੇ ਉਹਦਾ ਸਾਹਮਣਾ ਕਰੋ। ਵਿਸ਼ਵਾਸ ਵਿੱਚ ਦ੍ਰਿੜ ਹੋਣ ਲਈ ਤੁਸੀਂ ਉਪਦੇਸ਼ ਦੀਆਂ ਕਿਤਾਬਾਂ ਤੋਂ ਉਪਦੇਸ਼ ਦਾ ਅਭਿਆਸ ਕਰ ਰਹੇ ਹੋ ਅਤੇ ਹੁਣ ਤੁਸੀਂ ਜਾਣਕਾਰਾਂ ਅਤੇ ਪਰਿਵਾਰਾਂ ਨੂੰ ਆਨਲਾਈਨ ਪ੍ਰਚਾਰ ਕਰ ਰਹੇ ਹੋ। ਤੁਸੀਂ ਸਾਰੇ ਬਹੁਤ ਕੋਸ਼ਿਸ਼ ਕਰ ਰਹੇ ਹੋ ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨ ਦੀ ਅਣਗਹਿਲੀ ਕਰੋ। ਤੁਹਾਡੀ ਸਾਰੀਆਂ ਕੋਸ਼ਿਸ਼ਾਂ ਪੂਰੇ ਸੰਸਾਰ ਉੱਤੇ ਆਉਣ ਵਾਲੀ ਪ੍ਰੀਖਿਆ ਦੀ ਘੜੀ ਵਿੱਚ ਜਿੱਤ ਪ੍ਰਾਪਤ ਕਰਨ ਦੇ ਲਈ ਹੈ। ਕੁਝ ਕਮਜ਼ੋਰ ਅਤੇ ਤੁਕਬੰਦੀ ਮੈਂਬਰ ਇਸ ਸਥਿਤੀ ਨੂੰ ਇਹ ਸੋਚ ਕੇ ਗਲਤ ਸਮਝ ਸਕਦੇ ਹਨ ਕਿ ਪਰਮੇਸ਼ਵਰ ਨੇ ਸਾਨੂੰ ਇਸ ਸਥਿਤੀ ਵਿੱਚ ਆਰਾਮ ਕਰਨ ਲਈ ਕਿਹਾ ਹੈ। ਸਾਰੇ ਲੋਕੋ, ਪਰਮੇਸ਼ਵਰ ਨੇ ਪ੍ਰਕਾਸ਼ ਦੀ ਪੋਥੀ ਅਧਿਆਇ 2 ਵਚਨ 10 ਵਿੱਚ ਕਿਹਾ, ਸਵਰਗ ਦੇ ਰਾਜ ਵਿੱਚ ਜਾਣ ਲਈ ਜਾਨ ਦੇਣ ਤੱਕ ਵਿਸ਼ਵਾਸੀ ਰਹੇ। ਜੇਕਰ ਅਸੀਂ ਇੱਕ ਸੌਖਾ ਅਤੇ ਆਰਾਮਦਾਇਕ ਜੀਵਨ ਜੀ ਰਹੇ ਹਾਂ ਫਿਰ ਸਾਨੂੰ ਇਸ ਗੱਲ ਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਕਿ ਸਾਡੀਆਂ ਆਤਮਾਵਾਂ ਖਤਰੇ ਵਿੱਚ ਹਨ। ਡੇਰਿਆਂ ਦੇ ਪਰਬ ਦੇ ਇਸ ਪ੍ਰਚਾਰ ਹਫ਼ਤੇ ਦੇ ਦੌਰਾਨ ਆਓ ਅਸੀਂ ਆਪਣੇ ਜਾਣਕਾਰਾਂ ਅਤੇ ਦੋਸਤਾਂ ਨੂੰ ਪ੍ਰਚਾਰ ਕਰੀਏ ਜਿਨ੍ਹਾਂ ਨੂੰ ਅਸੀਂ ਆਮੋ ਸਾਹਮਣੇ ਮਿਲ ਸਕਦੇ ਹਾਂ। ਪਰ ਜੇਕਰ ਅਸੀਂ ਨਿੱਜੀ ਤੌਰ ਤੇ ਉਹਨਾਂ ਨਾਲ ਨਹੀਂ ਮਿਲ ਸਕਦੇ ਉਦੋਂ ਅਸੀਂ ਆਨਲਾਈਨ ਮੀਟਿੰਗਾਂ ਦੁਆਰਾ ਆਪਣੇ ਪਰਿਵਾਰਾਂ, ਦੋਸਤਾਂ ਅਤੇ ਜਾਣਕਾਰਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰ ਸਕਦੇ ਹਾਂ। ਪਰਮੇਸ਼ਵਰ ਇਹ ਜਾਂਚ ਕਰਨ ਲਈ ਹਮੇਸ਼ਾ ਸਾਨੂੰ ਮੁਸ਼ਕਿਲ ਸਥਿਤੀਆਂ ਵਿੱਚ ਰਹਿਣ ਦਿੰਦੇ ਹਨ ਕਿ ਅਸੀਂ ਕਿਵੇਂ ਉਸ ਨੂੰ ਸਹਿੰਦੇ ਹੋਏ ਉਸ ਉੱਤੇ ਜਿੱਤ ਪ੍ਰਾਪਤ ਕਰਦੇ ਹਾਂ। ਜੇਕਰ ਪਰਮੇਸ਼ਵਰ ਸ਼ੁਰੂਆਤ ਤੋਂ ਹੀ ਇਜ਼ਰਾਈਲੀਆਂ ਦੀ ਅਗਵਾਈ ਇੱਕ ਅਜਿਹੀ ਜਗ੍ਹਾ ਉੱਤੇ ਕਰਦੇ ਜਿੱਥੇ ਬਹੁਤ ਪਾਣੀ ਹੁੰਦਾ, ਉਦੋਂ ਉਹ ਇਹ ਕਹਿੰਦੇ ਹੋਏ ਸ਼ਿਕਾਇਤ ਨਹੀਂ ਕਰਦੇ ਕਿ ਇੱਥੇ ਪਾਣੀ ਨਹੀਂ ਹੈ। ਜੇਕਰ ਉਹ ਇਜ਼ਰਾਈਲੀਆਂ ਦੀ ਅਗਵਾਈ ਇੱਕ ਅਜਿਹੀ ਜਗ੍ਹਾ ਉੱਤੇ ਕਰਦੇ ਜਿੱਥੇ ਜ਼ਿਆਦਾ ਮਾਤਰਾ ਵਿੱਚ ਭੋਜਨ ਹੁੰਦਾ, ਉਦੋਂ ਉਹ ਇਹ ਕਹਿੰਦੇ ਹੋਏ ਸ਼ਿਕਾਇਤ ਨਹੀਂ ਕਰਦੇ ਕਿ ਇੱਥੇ ਖਾਣ ਲਈ ਭੋਜਨ ਨਹੀਂ ਹੈ। ਹਾਲਾਂਕਿ ਪਰਮੇਸ਼ਵਰ ਨੇ ਕਦੇ-ਕਦੇ ਉਹਨਾਂ ਨੂੰ ਅਭਾਵ ਅਤੇ ਅਸੁਵਿਧਾਜਨਕ ਸਥਿਤੀਆਂ ਵਿੱਚ ਰੱਖਿਆ। ਉਸ ਸਥਿਤੀ ਵਿੱਚ ਲੋਕਾਂ ਨੇ ਸੋਚਿਆ ਹੋਵੇਗਾ ਅਸੀਂ ਭੁੱਖੇ ਹੀ ਮਰ ਜਾਵਾਂਗੇ ਕਿਉਂਕਿ ਇੱਥੇ ਭੋਜਨ ਨਹੀਂ ਹੈ। ਉਹ ਬਹੁਤ ਨਿਰਾਸ਼ਾਜਨਕ ਮਹਿਸੂਸ ਕਰ ਰਹੇ ਸੀ। ਉਸ ਸਮੇਂ ਵਿੱਚ ਉਹ ਸ਼ਿਕਾਇਤ ਕਰਨ ਲੱਗੇ ਅਤੇ ਬੁੜਬੁੜਾਏ। ਸਾਰੇ ਲੋਕੋ, ਭਾਵੇਂ ਪੂਰੇ ਸੰਸਾਰ ਉੱਤੇ ਪ੍ਰੀਖਿਆ ਆਏ, ਡੇਰਿਆਂ ਦੇ ਪਰਬ ਦੇ ਇਸ ਪ੍ਰਚਾਰ ਹਫ਼ਤੇ ਦੇ ਦੌਰਾਨ ਸਾਨੂੰ ਆਪਣੇ ਆਪ ਨੂੰ ਆਤਮਿਕ ਭੋਜਨ ਤੋਂ ਭਰਨਾ ਚਾਹੀਦਾ ਹੈ ਜੋ ਕਿ ਪਰਮੇਸ਼ਵਰ ਦਾ ਵਚਨ ਹੈ ਅਤੇ ਸਿਰਫ ਆਪਣੇ ਪਰਮੇਸ਼ਵਰ ਦਾ ਡਰ ਮੰਨਦੇ ਹੋਏ ਸਵਰਗ ਦੇ ਰਾਜ ਵੱਲ ਵਧਣਾ ਚਾਹੀਦਾ ਹੈ। ਇਹੀ ਉਹ ਸਿੱਖਿਆ ਹੈ ਜਿਹੜੀ ਸਾਨੂੰ ਜੰਗਲ ਦੇ ਜੀਵਨ ਤੋਂ ਪੱਕਾ ਸਿੱਖਣੀ ਚਾਹੀਦੀ ਹੈ। ਪ੍ਰਕਾਸ਼ ਦੀ ਪੋਥੀ ਅਧਿਆਇ 3 ਵਿੱਚ ਇਹ ਕਿਹਾ ਗਿਆ ਹੈ ਕਿ ਧਰਤੀ ਉੱਤੇ ਰਹਿਣ ਵਾਲਿਆਂ ਦੇ ਪਰਖਣ ਲਈ ਸਾਰੇ ਸੰਸਾਰ ਉੱਤੇ ਪ੍ਰੀਖਿਆ ਆਉਣ ਵਾਲੀ ਹੈ। ਭਾਵੇਂ ਕਿਸੇ ਵੀ ਤਰ੍ਹਾਂ ਦੀ ਸਥਿਤੀ ਹੋਵੇ, ਸਾਨੂੰ ਨਾ ਤਾਂ ਪਰਮੇਸ਼ਵਰ ਨੂੰ ਛੱਡਣਾ ਚਾਹੀਦਾ ਅਤੇ ਨਾ ਹੀ ਉਹਨਾਂ ਦੇ ਵਚਨਾਂ ਨੂੰ ਭੁੱਲਣਾ ਚਾਹੀਦਾ ਹੈ ਕਿਉਂਕਿ ਅਸੀਂ ਡੇਰਿਆਂ ਦੇ ਪਰਬ ਦੇ ਯੁੱਗ ਵਿੱਚ ਜੀ ਰਹੇ ਹਾਂ। ਆਓ ਅਸੀਂ ਇਸ ਪਰਬ ਦੇ ਪ੍ਰਚਾਰ ਹਫ਼ਤੇ ਦੇ ਦੌਰਾਨ ਉਹਨਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰੀਏ ਜਿਨ੍ਹਾਂ ਨੇ ਹੁਣ ਤੱਕ ਨਹੀਂ ਸੁਣਿਆ ਹੈ। ਆਓ ਅਸੀਂ ਵਿਵਸਥਾ ਸਾਰ ਅਧਿਆਇ 28 ਉੱਤੇ ਜਾਈਏ। ਵਿਵਸਥਾ ਸਾਰ ਅਧਿਆਇ 28 ਵਚਨ 1, ਤਾਂ ਇਉਂ ਹੋਵੇਗਾ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ, ਤਾਂ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ। ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋ ਤਾਂ ਇਹ ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਉਣਗੀਆਂ, ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ। ਮੁਬਾਰਕ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਖੇਤ ਵਿੱਚ। ਮੁਬਾਰਕ ਹੋਵੇਗਾ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਡੰਗਰ ਦਾ ਫਲ, ਤੁਹਾਡੇ ਚੋਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ। ਮੁਬਾਰਕ ਹੋਵੇਗੀ ਤੁਹਾਡੀ ਖਾਰੀ ਅਤੇ ਤੁਹਾਡਾ ਪ੍ਰਾਤੜਾ। ਮੁਬਾਰਕ ਹੋਵੋਗੇ ਤੁਸੀਂ ਆਪਣੇ ਅੰਦਰ ਆਉਣ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਵਿੱਚ। ਇੱਥੇ ਵੀ ਇਹ ਲਿਖਿਆ ਹੈ ਕਿ ਜੇਕਰ ਤੂੰ ਸੁਣੇ, ਕਿ ਪਰਮੇਸ਼ਵਰ ਦੀ ਸੁਣਨ ਦਾ ਅਰਥ ਕਿਸੇ ਵੀ ਸਥਿਤੀ ਵਿੱਚ ਪਰਮੇਸ਼ਵਰ ਦੇ ਵਚਨ ਦਾ ਪੂਰੀ ਤਰ੍ਹਾਂ ਤੋਂ ਪਾਲਨ ਕਰਨਾ ਨਹੀਂ ਹੈ। ਇਹ ਸਾਰਫਤ ਦੀ ਵਿਧਵਾ ਵਾਂਗ ਹੈ। ਉਸ ਕੋਲ ਆਪਣੇ ਅਤੇ ਆਪਣੇ ਪੁੱਤਰ ਲਈ ਸਿਰਫ ਇੱਕ ਵਾਰ ਦਾ ਭੋਜਨ ਸੀ। ਉਸ ਤੋਂ ਬਾਅਦ ਉਹ ਭੁੱਖੇ ਮਰਨ ਵਾਲੇ ਸੀ ਕਿਉਂਕਿ ਹੁਣ ਹੋਰ ਭੋਜਨ ਨਹੀਂ ਬਚਿਆ ਸੀ। ਹਾਲਾਂਕਿ ਏਲੀਆ ਪ੍ਰਗਟ ਹੋਇਆ ਅਤੇ ਉਸ ਨੂੰ ਕਿਹਾ, ਮੇਰੇ ਕੋਲ ਰੋਟੀ ਦਾ ਇੱਕ ਟੁਕੜਾ ਲੈ ਆਓ। ਉਹ ਆਪਣੇ ਪੁੱਤਰ ਨਾਲ ਆਖਰੀ ਵਾਰ ਦਾ ਭੋਜਨ ਖਾ ਕੇ ਇਸ ਧਰਤੀ ਉੱਤੇ ਆਪਣੇ ਜੀਵਨ ਨੂੰ ਖਤਮ ਕਰਨ ਲਈ ਤਿਆਰ ਸੀ। ਜਦੋਂ ਉਸ ਨੂੰ ਉਹਨਾਂ ਦਾ ਆਖਰੀ ਭੋਜਨ ਲਿਆਉਣ ਲਈ ਕਿਹਾ ਗਿਆ ਤਦ ਇਹ ਸਾਰਫਤ ਦੀ ਵਿਧਵਾ ਲਈ ਇੱਕ ਬਹੁਤ ਵੱਡੀ ਪ੍ਰੀਖਿਆ ਸੀ।
ਇਹ ਉਹਨਾਂ ਦੇ ਵਿਸ਼ਵਾਸ ਦੀ ਇੱਕ ਬਹੁਤ ਵੱਡੀ ਪ੍ਰੀਖਿਆ ਸੀ। ਏਲੀਆ ਦੀ ਬੇਨਤੀ ਨੂੰ ਮੰਨਣ ਅਤੇ ਉਸ ਨੂੰ ਭੋਜਨ ਪਰੋਸਣ ਦੇ ਨਤੀਜੇ ਵਜੋਂ ਉਸ ਦੀ ਕੁੱਜੀ ਦਾ ਤੇਲ ਨਾ ਘਟਿਆ ਅਤੇ ਉਸ ਦੇ ਘੜੇ ਦਾ ਮੈਦਾ ਵੀ ਤਦ ਤੱਕ ਖਤਮ ਨਹੀਂ ਹੋਇਆ ਜਦੋਂ ਤੱਕ ਫਸਲ ਉਗਣ ਦਾ ਸਮਾਂ ਨਹੀਂ ਆਇਆ। ਕੀ ਉਸ ਨੇ ਇੱਕ ਕਿਰਪਾਪੂਰਨ ਆਸ਼ੀਸ਼ ਨੂੰ ਪ੍ਰਾਪਤ ਨਹੀਂ ਕੀਤਾ? ਸਾਡੇ ਆਲੇ ਦੁਆਲੇ ਵਾਪਰ ਰਹੀਆਂ ਸਾਰੀਆਂ ਸਥਿਤੀਆਂ ਪ੍ਰੀਖਿਆਵਾਂ ਹਨ। ਵਿਸ਼ਵਾਸ ਦੇ ਜੰਗਲ ਵਿੱਚ ਭਿੰਨ-ਭਿੰਨ ਪ੍ਰਕਾਰ ਦੀਆਂ ਪ੍ਰੀਖਿਆਵਾਂ ਪੂਰੇ ਸੰਸਾਰ ਉੱਤੇ ਆਉਣਗੀਆਂ ਤੇ ਸਾਰੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ। ਇਸ ਕਾਰਨ ਤੋਂ ਵਿਵਸਥਾ ਸਾਰ ਅਧਿਆਇ 28 ਵਚਨ 1 ਵਿੱਚ ਇਹ ਲਿਖਿਆ ਗਿਆ ਹੈ ਕਿ ਸੰਪੂਰਨ ਰੂਪ ਤੋਂ ਆਪਣੇ ਪਰਮੇਸ਼ਵਰ ਦੀ ਸੁਣੋ। ਸਾਨੂੰ ਸੰਪੂਰਨ ਰੂਪ ਨਾਲ ਪਰਮੇਸ਼ਵਰ ਦੀ ਸੁਣਨੀ ਚਾਹੀਦੀ ਹੈ ਅਤੇ ਕਿਸੇ ਵੀ ਸਥਿਤੀ ਵਿੱਚ ਜਿਵੇਂ ਪਰਮੇਸ਼ਵਰ ਹੁਕਮ ਦਿੰਦੇ ਹਨ ਉਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ। ਮੈਂ ਨਹੀਂ ਸੁਣ ਪਾਇਆ ਕਿਉਂਕਿ ਮੇਰੇ ਕੋਲ ਖਾਣ ਲਈ ਭੋਜਨ ਨਹੀਂ ਸੀ। ਮੈਂ ਸਮੇਂ ਦੀ ਕਮੀ ਹੋਣ ਦੇ ਕਾਰਨ ਉਹ ਨਹੀਂ ਕਰ ਪਾਇਆ। ਜਦੋਂ ਅਸੀਂ ਇਸ ਤਰ੍ਹਾਂ ਬਹਾਨੇ ਬਣਾਉਣ ਦੀ ਬਜਾਏ ਪਰਮੇਸ਼ਵਰ ਦੀ ਸੁਣਨ ਦੀ ਕੋਸ਼ਿਸ਼ ਕਰੀਏ ਫਿਰ ਪਰਮੇਸ਼ਵਰ ਲਗਾਤਾਰ ਰਾਹ ਖੋਲ੍ਹਣਗੇ। ਕੋਵਿਡ-19 ਮਹਾਮਾਰੀ ਵਿੱਚ ਵੀ ਅਸੀਂ ਲਗਾਤਾਰ ਹਰ ਦਿਨ ਫਲਾਂ ਦੇ ਪੈਦਾ ਹੋਣ ਦੀ ਖਬਰ ਪਾ ਰਹੇ ਹਾਂ। ਉਹਨਾਂ ਵਿਚਕਾਰ ਜੋ ਇਹ ਸੋਚਦੇ ਹਨ ਕਿ ਇਹ ਸੰਭਵ ਹੈ ਅਤੇ ਜੋ ਸੋਚਦੇ ਹਨ ਕਿ ਇਹ ਅਸੰਭਵ ਹੈ, ਅਤੇ ਉਹਨਾਂ ਵਿੱਚੋਂ ਜਿਹੜੇ ਪਰਮੇਸ਼ਵਰ ਦੇ ਵਚਨ ਨੂੰ ਅਭਿਆਸ ਵਿੱਚ ਲਿਆਉਂਦੇ ਹਨ ਅਤੇ ਜੋ ਨਹੀਂ ਲਿਆਉਂਦੇ। ਪਰਮੇਸ਼ਵਰ ਸਥਿਤੀ ਬਣਾਉਂਦੇ ਹਨ ਅਤੇ ਇਹ ਦੇਖਦੇ ਹਨ ਕਿ ਕੌਣ ਉਹਨਾਂ ਦੇ ਵਚਨਾਂ ਦਾ ਪਾਲਨ ਕਰ ਰਿਹਾ ਹੈ ਅਤੇ ਕੌਣ ਅਣਆਗਿਆਕਾਰੀ ਕਰ ਰਿਹਾ ਹੈ। ਡੇਰਿਆਂ ਦੇ ਪਰਬ ਦੇ ਪ੍ਰਚਾਰ ਹਫ਼ਤੇ ਦੇ ਦੌਰਾਨ ਆਓ ਅਸੀਂ ਬਹੁਤ ਮਾਤਰਾ ਵਿੱਚ ਚੰਗੇ ਫਲਾਂ ਨੂੰ ਪੈਦਾ ਕਰੀਏ। ਆਓ ਅਸੀਂ ਪੂਰੇ ਸੰਸਾਰ ਉੱਤੇ ਆਉਣ ਵਾਲੀ ਪ੍ਰੀਖਿਆ ਉੱਤੇ ਜਿੱਤ ਪ੍ਰਾਪਤ ਕਰਨ ਵਾਲੇ ਬਣੀਏ। ਸਾਰੇ ਸੰਸਾਰ ਉੱਤੇ ਆਉਣ ਵਾਲੀ ਵਿਪਤਾ ਦੇ ਬਾਰੇ ਵਿੱਚ ਯਿਸੂ ਨੇ ਲੂਕਾ ਅਧਿਆਇ 21 ਵਿੱਚ ਵੀ ਚੇਤਾਵਨੀ ਦਿੱਤੀ ਸੀ। ਆਓ ਅਸੀਂ ਲੂਕਾ ਅਧਿਆਇ 21 ਵਚਨ 34 ਉੱਤੇ ਇੱਕ ਨਜ਼ਰ ਪਾਈਏ। ਖਬਰਦਾਰ ਰਹੋ। ਜੇਕਰ ਤੁਸੀਂ ਖਬਰਦਾਰ ਨਾ ਰਹੋ ਤਾਂ ਕੀ ਹੋਵੇਗਾ? ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਕਿਸ ਚੀਜ਼ ਨਾਲ ਤੁਹਾਡੇ ਮਨ ਭਾਰੀ ਨਾ ਹੋ ਜਾਣ, ਸੰਸਾਰ ਦੀਆਂ ਚਿੰਤਾ ਦੇ ਕਾਰਨ, ਅਤੇ ਉਹ ਦਿਨ ਫਾਹੀ ਵਾਂਗੂ ਤੁਹਾਡੇ ਉੱਤੇ ਅਚਾਨਕ ਆ ਪਵੇ। ਉਹ ਜੋ ਵਾਰ-ਵਾਰ ਸਥਿਤੀਆਂ ਨਾਲ ਸਮਝੌਤਾ ਕਰਦੇ ਹਨ, ਇਹ ਸੋਚ ਕੇ ਖੁਦ ਨੂੰ ਸਹੀ ਠਹਿਰਾਉਂਦੇ ਹਨ। ਪਰਮੇਸ਼ਵਰ ਨੇ ਸਾਨੂੰ ਲਗਨ ਨਾਲ ਪ੍ਰਚਾਰ ਕਰਨ ਲਈ ਕਿਹਾ ਹੈ, ਪਰ ਕਿਉਂਕਿ ਮੈਂ ਇਸ ਤਰ੍ਹਾਂ ਦੀ ਇੱਕ ਮੁਸ਼ਕਿਲ ਸਥਿਤੀ ਵਿੱਚ ਹਾਂ, ਇਸ ਲਈ ਭਾਵੇਂ ਮੈਂ ਪ੍ਰਚਾਰ ਨਾ ਕਰਾਂ ਤਾਂ ਵੀ ਇਹ ਠੀਕ ਰਹੇਗਾ। ਉਹ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਨਹੀਂ ਪਰ ਆਪਣੀ ਸਥਿਤੀਆਂ ਦੇ ਅਨੁਸਾਰ ਜੀਵਨ ਜਿਉਣ ਵਿੱਚ ਉਲਝੇ ਰਹਿੰਦੇ ਹਨ। ਇਜ਼ਰਾਈਲੀਆਂ ਲਈ ਬੁੜਬੁੜ ਕਰਨਾ ਕੁਦਰਤੀ ਸੀ ਕਿਉਂਕਿ ਉੱਥੇ ਭੋਜਨ ਨਹੀਂ ਸੀ। ਹਾਲਾਂਕਿ ਉਹਨਾਂ ਦੀ ਜੰਗਲ ਦੀ ਯਾਤਰਾ ਦੇ 40 ਸਾਲਾਂ ਦੇ ਦੌਰਾਨ ਉਹਨਾਂ ਦੇ ਬੁੜਬੜਾਉਣ ਦਾ ਨਤੀਜਾ ਕੀ ਸੀ? ਕਿਉਂਕਿ ਉਹ ਸਥਿਤੀਆਂ ਤੋਂ ਪ੍ਰਭਾਵਿਤ ਸੀ, ਇਸ ਲਈ ਕਨਾਨ ਦੇਸ਼ ਵਿੱਚ ਪ੍ਰਵੇਸ਼ ਕਰਨ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ। ਕੀ ਪਰਮੇਸ਼ਵਰ ਜੰਗਲ ਦੀ ਯਾਤਰਾ ਦੀ ਸ਼ੁਰੂਆਤ ਤੋਂ ਹੀ ਇਜ਼ਰਾਈਲੀਆਂ ਲਈ ਸਵਰਗ ਤੋਂ ਮਨ ਦੀ ਵਰਖਾ ਨਹੀਂ ਕਰ ਸਕਦੇ ਸੀ? ਅਤੇ ਕੀ ਉਹਨਾਂ ਦੇ ਪੀਣ ਲਈ ਕਾਫੀ ਪਾਣੀ ਨਹੀਂ ਦੇ ਸਕਦੇ ਸੀ? ਹਾਲਾਂਕਿ ਉਹਨਾਂ ਨੇ ਉਹਨਾਂ ਦੇ ਵਿਸ਼ਵਾਸ ਨੂੰ ਦੇਖਣ ਲਈ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਮੁਸ਼ਕਿਲ ਸਥਿਤੀਆਂ ਵਿੱਚ ਰੱਖਿਆ। ਇਸ ਤਰ੍ਹਾਂ ਉਹਨਾਂ ਨੇ ਵਿਸ਼ਵਾਸ ਕਰਨ ਵਾਲਿਆਂ ਨੂੰ ਵਿਸ਼ਵਾਸ ਨਾ ਕਰਨ ਵਾਲਿਆਂ ਤੋਂ ਵੱਖਰਾ ਕੀਤਾ। ਜਿਸ ਤਰ੍ਹਾਂ ਪਰਮੇਸ਼ਵਰ ਨੇ ਗਿਦੌਨ ਦੀ ਸੈਨਾ ਦੇ ਆਕਾਰ ਨੂੰ ਹੌਲੀ-ਹੌਲੀ ਘੱਟ ਕਰਕੇ 32,000 ਇਜ਼ਰਾਈਲੀਆਂ ਵਿੱਚੋਂ 300 ਸੂਰਬੀਰਾਂ ਨੂੰ ਵੱਖਰਾ ਕੀਤਾ ਸੀ, ਪਰਮੇਸ਼ਵਰ ਨੇ ਗਿਦੌਨ ਤੋਂ ਲੋਕਾਂ ਵਿੱਚ ਇਹ ਘੋਸ਼ਣਾ ਕਰਨ ਲਈ ਕਿਹਾ, ਜਿਹੜਾ ਕੋਈ ਡਰ ਨਾਲ ਘਬਰਦਾ ਹੋਵੇ ਉਹ ਗਿਲਾਦ ਪਹਾੜ ਤੋਂ ਵਾਪਸ ਚਲਾ ਜਾਵੇ। ਇਸ ਲਈ 22,000 ਲੋਕ ਵਾਪਸ ਚਲੇ ਗਏ। ਫਿਰ ਪਰਮੇਸ਼ਵਰ ਨੇ ਗਿਦੌਨ ਨੂੰ ਕਿਹਾ, ਉਹਨਾਂ ਨੂੰ ਸੋਤੇ ਕੋਲ ਹੇਠਾਂ ਲੈ ਚੱਲ। ਉਹਨਾਂ ਦੇ ਪਾਣੀ ਪੀਣ ਦੇ ਤਰੀਕੇ ਨੂੰ ਦੇਖ ਕੇ ਪਰਮੇਸ਼ਵਰ ਨੇ ਉਹਨਾਂ ਦੀ ਮਾਨਸਿਕਤਾ ਦਾ ਨਿਆਂ ਕੀਤਾ। ਇਸ ਲਈ ਯਿਸੂ ਨੇ ਕਿਹਾ, ਇਸ ਲਈ ਖਬਰਦਾਰ ਰਹੋ। ਅਜਿਹਾ ਨਾ ਹੋਵੇ ਕਿ ਜੇਕਰ ਤੁਸੀਂ ਖਬਰਦਾਰ ਨਾ ਹੋਵੋ ਤਾਂ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਗੂ ਤੁਹਾਡੇ ਉੱਤੇ ਅਚਾਨਕ ਆ ਪਵੇ। ਆਓ ਅਸੀਂ ਵਚਨ 35 ਨਾਲ ਜਾਰੀ ਰਹੀਏ। ਕਿਉਂਕਿ ਜੋ ਉਹ ਸਾਰੀ ਧਰਤੀ ਦਿਆਂ ਸਭਨਾ ਰਹਿਣ ਵਾਲਿਆਂ ਉੱਤੇ ਆ ਪਵੇਗਾ, ਪਰ ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਭਈ ਤੁਸੀਂ ਉਹਨਾਂ ਸਭਨਾ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸਕੋ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜੇ ਹੋ ਸਕੋ। ਆਓ ਅਸੀਂ ਇਸ ਨੂੰ ਮਨ ਵਿੱਚ ਰੱਖੀਏ ਕਿ ਹਰ ਸਥਿਤੀ ਜੋ ਸਾਨੂੰ ਦਿੱਤੀ ਗਈ ਹੈ ਸਾਡੇ ਵਿਸ਼ਵਾਸ ਦੀ ਪਰਖ ਕਰਨ ਲਈ ਹੈ। ਆਓ ਅਸੀਂ ਯੋਹੰਨਾ ਅਧਿਆਇ 13 ਵਚਨ 7 ਉੱਤੇ ਇੱਕ ਨਜ਼ਰ ਪਾਈਏ। ਯਿਸੂ ਨੇ ਉਹਨੂੰ ਉੱਤਰ ਦਿੱਤਾ, ਜੋ ਮੈਂ ਕਰਦਾ ਹਾਂ ਸੋ ਤੂੰ ਹੁਣ ਨਹੀਂ ਜਾਣਦਾ, ਪਰ ਇਹਦੇ ਪਿੱਛੋਂ ਸਮਝੇਗਾ। ਯਿਸੂ ਨੇ ਕਿਹਾ, ਬਾਅਦ ਵਿੱਚ ਤੁਹਾਨੂੰ ਯਕੀਨਨ ਹੀ ਸਮਝ ਆਵੇਗਾ ਕਿ ਮੈਂ ਅਜਿਹਾ ਕਿਉਂ ਕਿਹਾ ਸੀ।
ਸਾਰੇ ਲੋਕੋ, ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਪਰਮੇਸ਼ਵਰ ਨੇ ਅਜਿਹਾ ਕਿਉਂ ਕਿਹਾ। ਸਿਰਫ ਮੇਰੇ ਵਚਨਾਂ ਨੂੰ ਸੁਣੋ, ਮੇਰੀਆਂ ਸਿੱਖਿਆਵਾਂ ਦਾ ਪਾਲਨ ਕਰੋ। ਅਸੀਂ ਚੌਥੀ ਜਾਂ ਪੰਜਵੀਂ ਅਯਾਮੀ ਦੁਨੀਆ ਵਿੱਚ ਆਤਮਿਕ ਚੀਜ਼ਾਂ ਨੂੰ ਪੂਰੀ ਤਰ੍ਹਾਂ ਨਹੀਂ ਜਾਣਦੇ, ਪਰ ਪਰਮੇਸ਼ਵਰ ਸਭ ਕੁਝ ਜਾਣਦੇ ਹਨ। ਇਸ ਲਈ ਪਰਮੇਸ਼ਵਰ ਕਹਿੰਦੇ ਹਨ, ਜੇਕਰ ਤੁਸੀਂ ਮੇਰੇ ਉੱਤੇ ਵਿਸ਼ਵਾਸ ਕਰਦੇ ਹੋ, ਫਿਰ ਮੇਰੇ ਵਚਨਾਂ ਦਾ ਪਾਲਨ ਕਰੋ। ਜਦੋਂ ਤੁਸੀਂ ਅਜਿਹਾ ਕਰੋਗੇ, ਉਦੋਂ ਤੁਸੀਂ ਦੇਖੋਗੇ ਕਿ ਆਤਮਿਕ ਆਸ਼ੀਸ਼ਾਂ ਤੁਹਾਡੇ ਉੱਤੇ ਆਉਂਦੀਆਂ ਹਨ ਜਾਂ ਨਹੀਂ। ਪੂਰੀ ਦੁਨੀਆ ਹੁਣ ਕੋਵਿਡ-19 ਨਾਮ ਦੀ ਤਬਾਹੀ ਦਾ ਸਾਹਮਣਾ ਕਰ ਰਹੀ ਹੈ। ਸਾਡੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਸੀਮਿਤ ਹਨ ਅਤੇ ਅਸੀਂ ਆਰਾਧਨਾ ਲਈ ਆਜ਼ਾਦੀ ਨਾਲ ਇਕੱਠੇ ਨਹੀਂ ਹੋ ਸਕਦੇ ਹਾਂ। ਫਿਰ ਕੀ ਹੋਵੇਗਾ ਜੇਕਰ ਅਸੀਂ ਪਰਮੇਸ਼ਵਰ ਦੇ ਵਚਨ ਤੋਂ ਦੂਰ ਹੋ ਜਾਂਦੇ ਹਾਂ, ਕਿਉਂਕਿ ਅਸੀਂ ਅਜਿਹੀ ਸਥਿਤੀ ਵਿੱਚ ਹਾਂ ਜਿੱਥੇ ਸਾਨੂੰ ਚਰਚ ਜਾਣ ਵਿੱਚ ਸੀਮਿਤ ਕਰ ਦਿੱਤਾ ਗਿਆ ਹੈ। ਸਾਨੂੰ ਇਹਨਾਂ ਸਾਰੀਆਂ ਮੁਸ਼ਕਲਾਂ ਉੱਤੇ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ ਅਤੇ ਵਿਸ਼ਵਾਸ ਵਿੱਚ ਦ੍ਰਿੜ ਹੋਣਾ ਚਾਹੀਦਾ ਹੈ। ਆਤਮਿਕ ਤੌਰ ਤੇ ਅਸੀਂ ਬਹੁਤ ਖਤਰਨਾਕ ਸਥਿਤੀ ਵਿੱਚ ਹਾਂ। ਅਸੀਂ ਇਸ ਸਥਿਤੀ ਵਿੱਚ ਕਿਉਂ ਹਾਂ? ਜੋ ਲੋਕ ਕਿਸੇ ਸਥਿਤੀ ਦਾ ਕਾਰਨ ਜਾਣਦੇ ਹਨ ਅਤੇ ਉਸ ਦਾ ਸਾਹਮਣਾ ਕਰਦੇ ਹਨ, ਉਹਨਾਂ ਲਈ ਕੁਝ ਵੀ ਰੁਕਾਵਟ ਨਹੀਂ ਬਣਦੀ। ਪਰ ਜੋ ਲੋਕ ਕਿਸੇ ਸਥਿਤੀ ਦੇ ਪਿੱਛੇ ਦਾ ਕਾਰਨ ਨਹੀਂ ਜਾਣਦੇ, ਉਹਨਾਂ ਲਈ ਇਹ ਇੱਕ ਰੁਕਾਵਟ ਅਤੇ ਬਹਾਨਾ ਬਣ ਜਾਂਦਾ ਹੈ। ਬਹਾਨੇ ਦੇ ਰੂਪ ਵਿੱਚ ਸਥਿਤੀ ਦੀ ਵਰਤੋਂ ਕਰਨੀ ਕਮਜ਼ੋਰ ਵਿਸ਼ਵਾਸ ਵਾਲੇ ਲੋਕਾਂ ਦਾ ਕੰਮ ਹੈ, ਜੋ ਪਰਤਾਵੇ ਵਿੱਚ ਪਰਖੇ ਜਾਣ ਤੇ ਅਸਫਲ ਹੁੰਦੇ ਹਨ। ਸਾਨੂੰ ਭਵਿੱਖ ਵਿੱਚ ਹੋਰ ਵੀ ਗੰਭੀਰ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਪਰਮੇਸ਼ਵਰ ਕਹਿੰਦੇ ਹਨ ਕੋਵਿਡ-19 ਮਹਾਮਾਰੀ ਦੇ ਸਮੇਂ ਪ੍ਰਚਾਰ ਨਾ ਕਰੋ, ਫਿਰ ਸਾਨੂੰ ਰੁਕਣਾ ਹੋਵੇਗਾ, ਪਰ ਜੇਕਰ ਨਹੀਂ, ਉਦੋਂ ਲਗਨ ਨਾਲ ਪ੍ਰਚਾਰ ਕਰਨ ਦੇ ਤਰੀਕਿਆਂ ਨੂੰ ਲੱਭਣਾ ਚਾਹੀਦਾ ਹੈ। ਯੋਹੰਨਾ ਦੀ ਪੁਸਤਕ ਅਧਿਆਇ 13 ਵਿੱਚ ਯੀਸ਼ੂ ਨੇ ਕਿਹਾ, ਜੋ ਮੈਂ ਕਰਦਾ ਹਾਂ ਤੂੰ ਉਸ ਨੂੰ ਅਜੇ ਨਹੀਂ ਜਾਣਦਾ, ਪਰ ਇਸ ਤੋਂ ਬਾਅਦ ਸਮਝੇਂਗਾ। ਆਓ ਅਸੀਂ ਮਤੀ ਅਧਿਆਇ 4 ਉੱਤੇ ਜਾਈਏ। ਮਤੀ ਅਧਿਆਇ 4 ਵਚਨ 1 ਵਿੱਚ ਇਹ ਕਹਿੰਦਾ ਹੈ, ਤਦ ਯੀਸ਼ੂ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਗਿਆ ਭਈ ਸ਼ੈਤਾਨ ਕੋਲੋਂ ਪਰਤਾਇਆ ਜਾਵੇ, ਅਤੇ 40 ਦਿਨ ਅਤੇ 40 ਰਾਤ ਵਰਤ ਰੱਖਿਆ। ਤਾਂ ਉੜਕ ਉਹਨੂੰ ਭੁੱਖ ਲੱਗੀ। ਤਦ ਪਰਤਾਉਣ ਵਾਲੇ ਨੇ ਕੋਲ ਆਣ ਕੇ ਉਹਨੂੰ ਕਿਹਾ, ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਕਹਿ, ਜੇ ਇਹ ਪੱਥਰ ਰੋਟੀਆਂ ਬਣ ਜਾਣ। ਪਰ ਉਹਨੇ ਉੱਤਰ ਦਿੱਤਾ, ਲਿਖਿਆ ਹੈ ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ਵਰ ਦੇ ਮੁਖੋਂ ਨਿਕਲਦਾ ਹੈ। ਫਿਰ ਸ਼ੈਤਾਨ ਉਹਨੂੰ ਪਵਿੱਤਰ ਸ਼ਹਿਰ ਵਿੱਚ ਨਾਲ ਲੈ ਗਿਆ ਅਤੇ ਹੈਕਲ ਦੇ ਕਿੰਗਰੇ ਉੱਤੇ ਖੜਾ ਕਰਕੇ ਉਹਨੂੰ ਕਿਹਾ, ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਹੇਠਾਂ ਡੇਗ ਦੇ, ਕਿਉਂ ਜੋ ਲਿਖਿਆ ਹੈ ਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ, ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ। ਯੀਸ਼ੂ ਨੇ ਉਸ ਨੂੰ ਆਖਿਆ, ਇਹ ਵੀ ਲਿਖਿਆ ਹੈ, ਜੋ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਨਾ ਪਰਤਾ। ਫਿਰ ਸ਼ੈਤਾਨ ਉਹਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਨਾਲ ਲੈ ਗਿਆ ਅਤੇ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਹਨਾਂ ਦਾ ਜਲੋ ਉਹਨੂੰ ਵਿਖਾਇਆ ਅਤੇ ਉਹਨੂੰ ਕਿਹਾ, ਜੇ ਤੂੰ ਨਿਉ ਕੇ ਮੈਨੂੰ ਮੱਥਾ ਟੇਕੇ ਤਾਂ ਇਹ ਸਭੋ ਕੁਝ ਮੈਂ ਤੈਨੂੰ ਦੇ ਦਿਆਂਗਾ। ਤਦੋਂ ਯੀਸ਼ੂ ਨੇ ਉਸ ਨੂੰ ਕਿਹਾ, ਹੇ ਸ਼ੈਤਾਨ ਚਲਿਆ ਜਾ, ਕਿਉਂ ਜੋ ਲਿਖਿਆ ਹੈ ਭਈ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ। ਤਦ ਸ਼ੈਤਾਨ ਉਹਨੂੰ ਛੱਡ ਗਿਆ ਅਤੇ ਵੇਖੋ ਦੂਤ ਕੋਲ ਆਣ ਕੇ ਉਹਦੀ ਟਹਿਲ ਕਰਨ ਲੱਗੇ। ਸ਼ੈਤਾਨ ਨੇ ਯੀਸ਼ੂ ਨੂੰ 3 ਵੱਖਰੀਆਂ ਸਥਿਤੀਆਂ ਵਿੱਚ ਰੱਖਿਆ। ਯੀਸ਼ੂ ਦੇ 40 ਦਿਨਾਂ ਦੇ ਵਰਤ ਤੋਂ ਬਾਅਦ ਸ਼ੈਤਾਨ ਨੇ ਉਹਨਾਂ ਨੂੰ ਸਰੀਰਕ ਭੋਜਨ ਤੋਂ ਪਰਤਾਇਆ। ਜਦੋਂ ਅਸੀਂ ਭੁੱਖੇ ਹੁੰਦੇ ਹਾਂ, ਉਦੋਂ ਅਸੀਂ ਆਪਣੀ ਭੁੱਖ ਮਿਟਾਉਣ ਲਈ ਭੋਜਨ ਲੱਭਦੇ ਹਾਂ, ਪਰ ਯੀਸ਼ੂ ਨੇ ਸਾਨੂੰ ਸਰੀਰਕ ਭੋਜਨ ਦੀ ਬਜਾਏ ਕੀ ਤਿਆਰ ਕਰਨਾ ਸਿਖਾਇਆ? ਉਹਨਾਂ ਨੇ ਸਾਨੂੰ ਸਿਖਾਇਆ ਕਿ ਪਰਮੇਸ਼ਵਰ ਦਾ ਵਚਨ ਭਾਵ ਆਤਮਿਕ ਭੋਜਨ ਸਰੀਰਕ ਭੋਜਨ ਤੋਂ ਕਿਤੇ ਜ਼ਿਆਦਾ ਕੀਮਤੀ ਹੈ। ਮਨੁੱਖ ਸਿਰਫ ਰੋਟੀ ਹੀ ਤੋਂ ਨਹੀਂ, ਪਰ ਹਰੇਕ ਵਚਨ ਤੋਂ ਜਿਹੜਾ ਪਰਮੇਸ਼ਵਰ ਦੇ ਮੁਖੋਂ ਨਿਕਲਦਾ ਹੈ ਜਿਉਂਦਾ ਰਹੇਗਾ। ਯੀਸ਼ੂ ਨੂੰ ਪਰਮੇਸ਼ਵਰ ਦੀ ਇੱਛਾ ਦਾ ਪਾਲਨ ਕਰਨ ਤੋਂ ਰੋਕਣ ਲਈ ਸ਼ੈਤਾਨ ਨੇ ਲਗਾਤਾਰ ਅਜਿਹੀਆਂ ਸਥਿਤੀਆਂ ਦਾ ਨਿਰਮਾਣ ਕੀਤਾ ਜਿਸ ਨਾਲ ਉਹਨਾਂ ਦੀ ਪ੍ਰੀਖਿਆ ਹੋਵੇ। ਪਰ ਬਹੁਤ ਭੁੱਖ ਹੋਣ ਦੇ ਬਾਵਜੂਦ ਯੀਸ਼ੂ ਦੇ ਉੱਤਰ ਨੂੰ ਦੇਖੋ। ਭਾਵੇਂ ਉਹ ਰੋਟੀ ਸੀ ਜਿਸ ਦੀ ਯੀਸ਼ੂ ਨੂੰ ਜ਼ਰੂਰਤ ਸੀ, ਪਰ ਉਹਨਾਂ ਨੇ ਕਿਹਾ ਪਰਮੇਸ਼ਵਰ ਦਾ ਵਚਨ ਰੋਟੀ ਤੋਂ ਜ਼ਿਆਦਾ ਕੀਮਤੀ ਹੈ। ਇੱਥੋਂ ਤੱਕ ਕਿ ਜਦੋਂ ਉਹ ਭੁੱਖੇ ਸੀ, ਉਦੋਂ ਵੀ ਉਹਨਾਂ ਨੇ ਸਾਨੂੰ ਸਿਖਾਇਆ ਕਿ ਆਤਮਿਕ ਭੋਜਨ ਸਰੀਰਕ ਭੋਜਨ ਤੋਂ ਕਿਤੇ ਜ਼ਿਆਦਾ ਜ਼ਰੂਰੀ ਹੈ। ਉਹ ਉਹਨਾਂ ਸਥਿਤੀਆਂ ਵਿੱਚ ਕਦੇ ਵੀ ਨਹੀਂ ਭਟਕੇ ਜਾਂ ਉਹਨਾਂ ਵਿੱਚ ਨਹੀਂ ਫਸੇ, ਇਸ ਕਾਰਨ ਤੋਂ ਕਿ ਉਹ ਸਭ ਲਾਲਚ ਨੂੰ ਦੂਰ ਕਰਨ ਵਿੱਚ ਸਫਲ ਨਹੀਂ ਸੀ। ਦੂਸਰੀ ਪ੍ਰੀਖਿਆ ਵਿੱਚ ਸ਼ੈਤਾਨ ਨੇ ਯੀਸ਼ੂ ਨੂੰ ਮੰਦਰ ਦੇ ਉੱਚੇ ਸਥਾਨ ਉੱਤੇ ਖੜਾ ਕੀਤਾ ਅਤੇ ਕਿਹਾ, ਆਪਣੇ ਆਪ ਨੂੰ ਹੇਠਾਂ ਡੇਗ ਦੇ, ਜੇਕਰ ਤੂੰ ਪਵਿੱਤਰ ਪਰਮੇਸ਼ਵਰ ਹੈ
ਤਦ ਤੇਰੇ ਦੂਤ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ। ਕਿਤੇ ਅਜਿਹਾ ਨਾ ਹੋਵੇ ਕਿ ਤੇਰੇ ਪੈਰਾਂ ਵਿੱਚ ਪੱਥਰ ਤੋਂ ਠੋਕਰ ਲੱਗੇ। ਸ਼ੈਤਾਨ ਨੇ ਚਲਾਕੀ ਨਾਲ ਸਰੀਰਕ ਪਰਿਸਥਿਤੀਆਂ ਨੂੰ ਤਿਆਰ ਕੀਤਾ ਤਾਂ ਜੋ ਯੀਸ਼ੂ ਦੀ ਪਰਮੇਸ਼ਵਰ ਦੀ ਸ਼ਕਤੀ ਉੱਤੇ ਸ਼ੱਕ ਕਰਨ ਦੇ ਦੁਆਰਾ ਪ੍ਰੀਖਿਆ ਕੀਤੀ ਜਾ ਸਕੇ। ਫਿਰ ਯੀਸ਼ੂ ਨੇ ਕਿਹਾ, ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਨਾ ਪਰਤਾ। ਪਰਮੇਸ਼ਵਰ ਦੀ ਕਿਸੇ ਦੇ ਦੁਆਰਾ ਪ੍ਰੀਖਿਆ ਨਹੀਂ ਕੀਤੀ ਜਾ ਸਕਦੀ। ਬਾਈਬਲ ਨੇ ਸਾਨੂੰ ਪਰਮੇਸ਼ਵਰ ਦੀ ਪ੍ਰੀਖਿਆ ਕਰਨਾ ਨਹੀਂ, ਬਲਕਿ ਉਹਨਾਂ ਉੱਤੇ ਵਿਸ਼ਵਾਸ ਕਰਨਾ ਸਿਖਾਇਆ ਹੈ। ਭਰਾਵੋ ਅਤੇ ਭੈਣੋ, ਸ਼ੈਤਾਨ ਹਮੇਸ਼ਾ ਸਾਨੂੰ ਅਜਿਹੀਆਂ ਸਥਿਤੀਆਂ ਵਿੱਚ ਪਾਉਂਦਾ ਹੈ ਜਿੱਥੇ ਅਸੀਂ ਪਰਮੇਸ਼ਵਰ ਤੋਂ ਦੂਰ ਹੋ ਸਕਦੇ ਹਾਂ ਜਾਂ ਪਰਮੇਸ਼ਵਰ ਦੇ ਵਚਨ ਦਾ ਪਾਲਨ ਕਰਨ ਵਿੱਚ ਅਸਫਲ ਹੋ ਸਕਦੇ ਹਾਂ। ਪਰਤਾਵੇ ਦੀ ਹਰ ਪ੍ਰੀਖਿਆ ਨੂੰ ਪਾਰ ਕਰਨ ਲਈ ਸਾਨੂੰ ਸਥਿਤੀਆਂ ਵਿੱਚ ਨਹੀਂ ਫਸਣਾ ਚਾਹੀਦਾ ਹੈ। ਕੀ ਸਾਨੂੰ ਖੁਦ ਨੂੰ ਇਹ ਯਾਦ ਨਹੀਂ ਦਿਲਾਉਣਾ ਚਾਹੀਦਾ ਹੈ ਕਿ ਅਜਿਹੀਆਂ ਸਥਿਤੀਆਂ ਵਿੱਚ ਵੀ ਪਰਮੇਸ਼ਵਰ ਨੇ ਸਾਨੂੰ ਕੀ ਕਰਨਾ ਸਿਖਾਇਆ? ਜਦੋਂ ਯੀਸ਼ੂ ਦੂਸਰੀ ਪ੍ਰੀਖਿਆ ਉੱਤੇ ਜੇਤੂ ਹੋਏ, ਫਿਰ ਸ਼ੈਤਾਨ ਨੇ ਕਿਹਾ ਕਿ ਜੇਕਰ ਉਹ ਉਸ ਦੀ ਪੂਜਾ ਕਰਨ ਤਦ ਉਹ ਉਹਨਾਂ ਨੂੰ ਸੰਸਾਰ ਦੀ ਜਲੋ ਦੇਵੇਗਾ। ਬਾਈਬਲ ਵਿੱਚ ਕੀ ਲਿਖਿਆ ਹੈ? ਬਾਈਬਲ ਕਹਿੰਦੀ ਹੈ ਕਿ ਸਾਨੂੰ ਪਰਮੇਸ਼ਵਰ ਦੇ ਇਲਾਵਾ ਕਿਸੇ ਚੀਜ਼ ਦੀ ਜਾਂ ਕਿਸੇ ਵਿਅਕਤੀ ਦੀ ਪੂਜਾ ਨਹੀਂ ਕਰਨੀ ਚਾਹੀਦੀ ਹੈ ਨਾ? ਸਾਨੂੰ ਸਿਰਫ ਪਰਮੇਸ਼ਵਰ ਦੇ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਜਦੋਂ ਅਸੀਂ ਸਿਰਫ ਪਰਮੇਸ਼ਵਰ ਦੀ ਸੇਵਾ ਕਰੀਏ ਅਤੇ ਉਹਨਾਂ ਦੀ ਆਰਾਧਨਾ ਕਰੀਏ, ਫਿਰ ਅਸੀਂ ਪੂਰੇ ਸੰਸਾਰ ਉੱਤੇ ਆਉਣ ਵਾਲੀ ਪ੍ਰੀਖਿਆ ਉੱਤੇ ਵੀ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰਨ ਵਿੱਚ ਸਫਲ ਹੋਵਾਂਗੇ। ਇਸ ਲਈ ਮਤੀ ਅਧਿਆਇ 4 ਵਿੱਚ ਯੀਸ਼ੂ ਨੇ ਕਿਹਾ, ਕੀ ਜ਼ਿਆਦਾ ਮਹੱਤਵਪੂਰਨ ਹੈ, ਆਤਮਿਕ ਭੋਜਨ ਜਾਂ ਸਰੀਰਕ ਭੋਜਨ? ਕੀ ਪਰਮੇਸ਼ਵਰ ਪ੍ਰੀਖਿਆ ਦਾ ਵਿਸ਼ਾ ਹੈ ਜਾਂ ਵਿਸ਼ਵਾਸ ਦਾ? ਤੀਸਰੀ ਪ੍ਰੀਖਿਆ ਵਿੱਚ ਯੀਸ਼ੂ ਨੇ ਕਿਹਾ, ਕੀ ਸਹੀ ਹੈ, ਪਰਮੇਸ਼ਵਰ ਦੇ ਇਲਾਵਾ ਕਿਸੇ ਵਿਅਕਤੀ ਜਾਂ ਕਿਸੇ ਵਸਤੂ ਦੀ ਪੂਜਾ ਕਰਨਾ ਜਾਂ ਸਿਰਫ ਪਰਮੇਸ਼ਵਰ ਦੀ ਪੂਜਾ ਕਰਨਾ? ਜਿਵੇਂ ਬਾਈਬਲ ਵਿੱਚ ਦਰਜ ਕੀਤਾ ਗਿਆ ਸੀ, ਯੀਸ਼ੂ ਨੇ ਸਭ ਕੁਝ ਉਸ ਤਰ੍ਹਾਂ ਹੀ ਕੀਤਾ। ਉਹਨਾਂ ਨੇ ਪਹਿਲੀ ਅਤੇ ਦੂਸਰੀ ਪ੍ਰੀਖਿਆ ਵਿੱਚ ਕਿਹਾ, ਪਰਮੇਸ਼ਵਰ ਦਾ ਵਚਨ, ਭਾਵ ਆਤਮਿਕ ਭੋਜਨ ਜ਼ਿਆਦਾ ਮਹੱਤਵਪੂਰਨ ਹੈ ਅਤੇ ਪਰਮੇਸ਼ਵਰ ਸਾਡੇ ਵਿਸ਼ਵਾਸ ਦਾ ਵਿਸ਼ਾ ਹੈ, ਨਾ ਕਿ ਪ੍ਰੀਖਿਆ ਦਾ। ਉਹਨਾਂ ਨੇ ਤੀਸਰੀ ਪ੍ਰੀਖਿਆ ਵਿੱਚ ਕਿਹਾ, ਤੂੰ ਪਰਮੇਸ਼ਵਰ ਨੂੰ ਮੱਥਾ ਟੇਕ ਅਤੇ ਸਿਰਫ ਉਸ ਦੀ ਹੀ ਪੂਜਾ ਕਰ। ਯੀਸ਼ੂ ਨੇ ਸਾਨੂੰ ਪ੍ਰੀਖਿਆ ਉੱਤੇ ਜਿੱਤ ਪ੍ਰਾਪਤ ਕਰਨ ਦਾ ਉਦਾਹਰਨ ਦਿਖਾਇਆ। ਜੇਕਰ ਅਸੀਂ ਯੀਸ਼ੂ ਦੇ ਵਚਨਾਂ ਦਾ ਪੂਰੀ ਤਰ੍ਹਾਂ ਨਾਲ ਪਾਲਨ ਕਰਦੇ ਹਾਂ ਤਾਂ ਅਸੀਂ ਇਸ ਪਤਝੜ ਦੇ ਪਰਬ, ਡੇਰਿਆਂ ਦੇ ਪਰਬ ਨੂੰ ਪਹਿਲਾਂ ਤੋਂ ਕਿਤੇ ਜ਼ਿਆਦਾ ਫਲਦਾਇਕ ਬਣਾਉਣ ਵਿੱਚ ਸਫਲ ਹੋਵਾਂਗੇ। ਆਓ ਅਸੀਂ ਮਤੀ ਅਧਿਆਇ 24 ਉੱਤੇ ਇੱਕ ਨਜ਼ਰ ਪਾਈਏ। ਮਤੀ ਅਧਿਆਇ 24 ਵਚਨ 3। ਜਦ ਉਹ ਜੈਤੂਨ ਦੇ ਪਹਾੜ ਉੱਤੇ ਬੈਠਾ ਹੋਇਆ ਸੀ, ਉਹਦੇ ਚੇਲੇ ਉਹਦੇ ਕੋਲ ਵੱਖਰੇ ਹੋ ਕੇ ਆਏ ਅਤੇ ਪੁੱਛਿਆ, ਸਾਨੂੰ ਦੱਸ ਜੋ ਇਹ ਗੱਲਾਂ ਕਦ ਹੋਣਗੀਆਂ ਅਤੇ ਤੇਰੇ ਆਉਣ ਅਰ ਯੁੱਗ ਦੇ ਅੰਤ ਦਾ ਕੀ ਲੱਛਣ ਹੋਊ? ਆਓ ਅਸੀਂ ਧਿਆਨ ਨਾਲ ਦੇਖੀਏ ਕਿ ਯੀਸ਼ੂ ਨੇ ਕੀ ਉੱਤਰ ਦਿੱਤਾ। ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਚੌਕਸ ਰਹੋ ਭਈ ਤੁਹਾਨੂੰ ਕੋਈ ਭੁਲਾਵੇ ਵਿੱਚ ਨਾ ਪਾਵੇ। ਸਾਨੂੰ ਇਸ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਯੀਸ਼ੂ ਨੇ ਸਾਨੂੰ ਝੂਠੇ ਮਸੀਹ ਦੇ ਭੁਲਾਵੇ ਵਿੱਚ ਨਾ ਆਉਣ ਲਈ ਚੇਤਾਵਨੀ ਦਿੱਤੀ। ਇਸ ਲਈ ਸਾਨੂੰ ਉਹਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਯੀਸ਼ੂ ਨੇ ਇਹ ਵੀ ਕਿਹਾ, ਕੌਮ ਉੱਤੇ ਅਤੇ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ-ਥਾਂ ਕਾਲ ਪੈਣਗੇ ਅਤੇ ਭੁਚਾਲ ਆਉਣਗੇ। ਵਚਨ 9 ਵਿੱਚ ਯੀਸ਼ੂ ਨੇ ਕਿਹਾ, ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ। ਵਚਨ 10 ਵਿੱਚ ਉਹਨਾਂ ਨੇ ਪ੍ਰੀਖਿਆ ਵਿੱਚ ਪਏ ਲੋਕਾਂ ਦੀ ਵਿਸ਼ੇਸ਼ਤਾ ਦਾ ਵਰਣਨ ਕੀਤਾ। ਉਹਨਾਂ ਨੇ ਕਿਹਾ, ਉਸ ਸਮੇਂ ਬਥੇਰੇ ਠੋਕਰ ਖਾਣਗੇ ਅਤੇ ਇੱਕ ਦੂਏ ਨੂੰ ਫੜਵਾਉਣਗੇ ਅਤੇ ਇੱਕ ਦੂਏ ਨਾਲ ਵੈਰ ਰੱਖਣਗੇ। ਬਹੁਤ ਸਾਰੇ ਇੱਕ ਦੂਸਰੇ ਨਾਲ ਵੈਰ ਰੱਖਣਗੇ। ਜੇਕਰ ਸੱਚਾਈ ਵਿੱਚ ਕਿਸੇ ਦੇ ਪ੍ਰਤੀ ਸਾਡੇ ਮਨ ਵਿੱਚ ਵੈਰ ਦੀ ਭਾਵਨਾ ਹੋਵੇ, ਫਿਰ ਸਾਨੂੰ ਤੁਰੰਤ ਉਸ ਭਾਵਨਾ ਤੋਂ ਮੁਕਤ ਹੋਣਾ ਚਾਹੀਦਾ ਹੈ। ਸਾਨੂੰ ਸੋਚਣਾ ਚਾਹੀਦਾ ਹੈ, ਮੈਂ ਹੁਣ ਇਸ ਵੱਡੀ ਪ੍ਰੀਖਿਆ ਤੋਂ ਲੰਘ ਰਿਹਾ ਹਾਂ। ਆਓ ਅਸੀਂ ਵਚਨ 11 ਨਾਲ ਜਾਰੀ ਰਹੀਏ। ਅਰ ਬਹੁਤ ਸਾਰੇ ਝੂਠੇ ਨਬੀ ਉੱਠਣਗੇ ਅਤੇ ਬਥੇਰਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ। ਵਚਨ 12, ਅਤੇ ਕੁਧਰਮ ਦੇ ਵਧਣ ਕਰਕੇ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜਾਵੇਗੀ। ਵਚਨ 13, ਪਰ ਜਿਹੜਾ ਅੰਤ ਤੋੜੀ ਸਹੇਗਾ, ਮਤਲਬ ਜੋ ਇਹਨਾਂ ਸਾਰੀਆਂ ਸਥਿਤੀਆਂ ਉੱਤੇ ਜਿੱਤ ਪ੍ਰਾਪਤ ਕਰੇਗਾ, ਸੋਈ ਬਚਾਇਆ ਜਾਵੇਗਾ। ਉਹ ਜੋ ਜਿੱਤ ਪ੍ਰਾਪਤ ਕਰਦੇ ਹਨ ਕਿਸੇ ਵੀ ਸਥਿਤੀ ਦੁਆਰਾ ਪ੍ਰੀਖਿਆ ਤੋਂ ਨਹੀਂ ਪਰਖੇ ਜਾਣਗੇ ਅਤੇ ਨਾ ਹੀ ਉਹ ਨਰਕ ਵਿੱਚ ਸੁੱਟੇ ਜਾਣਗੇ। ਜੋ ਅੰਤ ਤੱਕ ਪਰਮੇਸ਼ਵਰ ਦੇ ਵਚਨ ਵਿੱਚ ਧੀਰਜ ਰੱਖੇਗਾ, ਉਸ ਦੀ ਮੁਕਤੀ ਹੋਵੇਗੀ। ਰਾਜ ਦੀ ਇਹ ਖੁਸ਼ਖਬਰੀ ਸਾਰੇ ਜਗਤ ਵਿੱਚ ਪ੍ਰਚਾਰ ਕੀਤੀ ਜਾਵੇਗੀ ਕਿ ਸਾਰੀਆਂ ਜਾਤੀਆਂ ਉੱਤੇ ਗਵਾਹੀ ਹੋਵੇ। ਫਿਰ ਤੁਸੀਂ ਸਮਝ ਜਾਵੋਗੇ ਕਿ ਇਹ ਸਭ ਸਥਿਤੀਆਂ ਤੁਹਾਡੇ ਉੱਤੇ ਕਿਉਂ ਆਈਆਂ ਹਨ।
ਤੁਸੀਂ ਉਸ ਨੂੰ ਅਜੇ ਨਹੀਂ ਜਾਣਦੇ, ਪਰ ਇਸ ਤੋਂ ਬਾਅਦ ਸਮਝ ਜਾਵੋਗੇ। ਸਿਯੋਨ ਦੇ ਸਾਡੇ ਸਭ ਪਿਆਰੇ ਮੈਂਬਰੋ, ਆਓ ਅਸੀਂ ਆਪਣੀ ਪੂਰੀ ਸ਼ਕਤੀ ਨਾਲ ਉਸ ਦਿਨ ਵੱਲ ਦੌੜੀਏ ਜਦੋਂ ਰਾਜ ਦੀ ਖੁਸ਼ਖਬਰੀ ਸਾਮਰੀਆ ਵਿੱਚ ਅਤੇ ਇੱਥੋਂ ਤੱਕ ਕਿ ਧਰਤੀ ਦੇ ਬੰਨੇ ਤੀਕਰ ਪ੍ਰਚਾਰ ਕੀਤੀ ਜਾਵੇਗੀ, ਜਿਵੇਂ ਪਿਤਾ ਅਤੇ ਮਾਤਾ ਜੀ ਨੇ ਕਿਹਾ ਹੈ। ਮੈਂ ਆਸ ਕਰਦਾ ਹਾਂ ਕਿ ਅਸੀਂ ਸਾਰੇ ਸੰਪੂਰਨ ਮੁਕਤੀ ਪ੍ਰਾਪਤ ਕਰਾਂਗੇ ਅਤੇ ਇੱਕ ਨੂੰ ਵੀ ਪਿੱਛੇ ਛੱਡੇ ਬਿਨਾਂ ਸੁਦੀਪਕ ਸਵਰਗ ਦੇ ਰਾਜ ਵਿੱਚ ਜਾਵਾਂਗੇ। ਹੁਣ ਮੈਨੂੰ ਅੱਜ ਦਾ ਉਪਦੇਸ਼ ਸਮਾਪਤ ਕਰਨ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ।